ਮੁੱਦਾ USA ਦੇ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਅੱਜ ਪ੍ਰੋਫੈਸਰ ਇੰਦਰਜੀਤ ਸਿੰਘ ਸਲੂਜਾ ਬਣੇ ਹੋਏ ਨੇ। ਪ੍ਰੋਫੈਸਰ ਤੁਹਾਡਾ ਸਵਾਗਤ ਹੈ PTC ਦੇ। ਅੱਜ ਪ੍ਰੋਫੈਸਰ ਸਾਹਿਬ ਤੋਂ ਅਸੀਂ ਖਾਸ ਜਾਣਕਾਰੀ ਲੈ ਰਹੇ ਹਾਂ ਕਿਉਂਕਿ ਜਦੋਂ ਪੈਂਡੈਮਿਕ ਆਈ ਹੈ ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋਈਆਂ। ਉਹਨਾਂ ਚੀਜ਼ਾਂ ਦੇ ਵਿੱਚ ਸਭ ਤੋਂ ਵੱਡੀ ਇੰਡੀਅਨ ਲੋਕਾਂ ਵਾਸਤੇ ਇਹ ਸੀ ਕਿ ਇੰਡੀਅਨ ਵੀਜ਼ਾ ਸਸਪੈਂਡ ਹੋ ਗਏ। ਸੋ ਪ੍ਰੋਫੈਸਰ ਸਾਹਿਬ, ਇਹ ਵੀਜ਼ਾ ਸਸਪੈਂਡ ਹੋ ਗਏ, ਐਮਬੈਸੀ ਦਾ ਕੰਮਕਾਰ ਤਕਰੀਬਨ ਠੱਪ ਹੋਇਆ ਨਾਲ ਦਾ ਹੋ ਗਿਆ, ਸਿੱਧਾ ਉੱਥੇ ਜਾਣਾ ਮੁਸ਼ਕਲ ਹੋ ਗਿਆ, ਵਾਕ-ਇਨ ਖਤਮ ਹੋ ਗਏ। ਹੁਣ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਹੈ ਕਿ ਲੋਕਾਂ ਨੇ ਜਦੋਂ ਕੋਈ ਮਰ ਗਿਆ ਜਾਂ ਕੋਈ ਐਮਰਜੈਂਸੀ ਹੋ ਗਈ ਉਹਦੇ ਵਾਸਤੇ ਵੀਜ਼ਾ ਲੈਣ ਲਈ ਲੋਕਾਂ ਨੂੰ ਬੜੇ ਧੱਕੇ ਖਾਣੇ ਪੈਂਦੇ ਆ। ਮੋਦੀ ਸਾਹਿਬ, ਬਹੁਤ ਹੀ ਇੱਕ ਗੰਭੀਰ ਮਸਲੇ ਉੱਤੇ ਤੁਸੀਂ ਵਿਚਾਰ ਕਰਨ ਲਈ ਮੈਨੂੰ ਬੁਲਾਇਆ ਹੈ। ਹਾਂਜੀ, ਮੈਂ ਕਾਫੀ ਸਾਰਾ ਇਸ ਦੇ ਬਾਰੇ ਵਿਚਾਰ ਕਰਦਾ ਰਿਹਾ ਪਿਛਲੇ ਦਿਨਾਂ ਵਿੱਚ। ਜੀ, ਕਈ ਸਾਰੇ ਸਾਡੇ ਕਮਿਊਨਿਟੀ ਦੇ ਸਾਥੀਆਂ ਦੇ ਦੀਆਂ ਪਰੇਸ਼ਾਨੀਆਂ ਸਾਡੇ ਤੱਕ ਆਈਆਂ ਹਨ ਜੀ ਕਿ ਟਰੈਵਲ ਕਰਨਾ ਚਾਹੁੰਦੇ ਹਨ, ਟਰੈਵਲ ਦੀ ਇਜਾਜ਼ਤ ਨਹੀਂ ਹੋ ਰਹੀ। ਜੀ, ਜਿਵੇਂ ਕਿ ਦਰਸ਼ਕੋ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਪੈਂਡੇਮਿਕ ਦੇ ਕਰਕੇ ਇੱਕ ਤਾਂ ਹਵਾਈ ਸੇਵਾਵਾਂ ਵੀ ਕਾਫੀ ਬਹੁਤ ਘਟੀਆਂ ਹੋਈਆਂ ਜੀ ਪੂਰੀ ਤਰੀਕੇ ਨਾਲ। ਔਰ ਉਹਦੇ ਬਾਅਦ ਜਿਹੜਾ ਹੈ ਵੰਦੇ ਭਾਰਤ ਦੇ ਪ੍ਰੋਗਰਾਮ ਮਿਸ਼ਨ ਦੇ ਵਿੱਚ ਜੇ ਭਾਰਤ ਸਰਕਾਰ ਨੇ ਬਾਹਰੋਂ ਫਸੇ ਹੋਏ ਭਾਰਤੀਆਂ ਨੂੰ ਭਾਰਤ ਲੈ ਕੇ ਆਉਣ ਲਈ ਉਹ ਜੋ ਸੇਵਾ ਸ਼ੁਰੂ ਕੀਤੀ ਸੀਗੀ, ਉਹ ਵੀ ਇਸ ਵਾਰੀ ਜਿਹੜਾ ਇੱਕ ਬਬਲ ਪ੍ਰੋਗਰਾਮ ਹੈ ਜਿਹਦੇ 'ਚ ਕਿ ਕੁਛ ਏਅਰ ਸਰਵਿਸਿਜ਼ ਹੈਗੀਆਂ ਅਤੇ ਉਹ ਵੀ ਬਹੁਤ ਹੀ ਲਿਮਿਟਿਡ ਹੈਗੀਆਂ। ਨਤੀਜਾ ਇਹ ਹੋਇਆ ਕਿ ਭਾਰਤ ਸਰਕਾਰ ਨੇ 2-3 ਗੱਲਾਂ ਨੂੰ ਸੋਚਦਿਆਂ ਹੋਇਆਂ ਇੱਕ ਰੈਸਟ੍ਰਿਕਟ ਕੀਤਾ ਹੋਇਆ ਟਰੈਵਲ, ਰੋਕਿਆ ਹੋਇਆ ਟਰੈਵਲ। ਇੱਕ ਤਾਂ ਦੇਖੋ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਬੜੀ ਭਿਅੰਕਰ ਹੈ, ਅਮਰੀਕਾ ਦੇ ਉਸ ਤੋਂ ਵੀ ਜ਼ਿਆਦਾ ਭਿਅੰਕਰ ਹੈ ਜੀ। ਔਰ ਲੋਕਾਂ ਦਾ ਇੱਕ ਦੇਸ਼ ਤੋਂ ਦੂਸਰੇ ਦੇਸ਼ ਦੇ ਵਿੱਚ ਆਉਣਾ ਜਾਣਾ, ਇਹਦਾ ਮਤਲਬ ਹੈਗਾ ਕਿ ਅਸੀਂ ਵਾਇਰਸ ਨੂੰ ਇੱਕ ਦੇਸ਼ ਤੋਂ ਦੂਸਰੇ ਦੇਸ਼ ਤੱਕ ਲਿਜਾ ਰਹੇ ਹਾਂ ਜੀ। ਸੋ ਇਸ ਨੂੰ ਰੋਕਣ ਦੇ ਲਈ ਇਹ ਬਹੁਤ ਜ਼ਰੂਰੀ ਸੀਗਾ ਕਿ ਲੋਕਾਂ ਦੀ ਆਵਾਜਾਈ ਰੋਕੀ ਜਾਏ। ਔਰ ਇਸੇ ਕਰਕੇ ਭਾਰਤ ਦੇਸ਼ ਦੇ ਅੰਦਰ ਵੀ ਆਵਾਜਾਈ ਉੱਥੇ ਵੀ ਰੁਕਾਵਟਾਂ ਜਿਹੜੀਆਂ ਹੈਗੀਆਂ ਲਾਗੂ ਕੀਤੀਆਂ ਗਈਆਂ। ਅਮਰੀਕਾ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਕਾਫੀ ਸਾਰੀਆਂ ਰੁਕਾਵਟਾਂ ਜਾਰੀ ਕੀਤੀਆਂ ਗਈਆਂ। ਜਿਵੇਂ ਕਿ ਕੁਝ ਸਟੇਟਸ ਐਸੀਆਂ ਨੇ ਅਮਰੀਕਾ ਦੀਆਂ ਜਿੱਥੇ ਜ਼ਿਆਦਾ ਸੰਕਰਮਣ ਹੈਗਾ, ਜ਼ਿਆਦਾ ਲੋਕੀ ਇਨਫੈਕਟਡ ਹੈਗੇ ਜੀ, ਉੱਥੋਂ ਦੂਸਰੀ ਸਟੇਟ ਜਿੱਥੇ ਘੱਟ ਸੰਕਰਮਣ ਹੈਗਾ ਉੱਥੇ ਜਾਣ ਦੇ ਉੱਤੇ ਵੀ ਪਾਬੰਦੀਆਂ ਲੱਗੀਆਂ ਹੋਈਆਂ। ਅਗਰ ਕੋਈ ਆ ਵੀ ਗਿਆ ਤਾਂ ਉਸ ਨੂੰ ਕੁਆਰੰਟੀਨ ਕਰਨ ਦੀ ਲੋੜ ਪੈਂਦੀ ਹੈ। ਤਾਂ ਇਹ ਸਾਰੀਆਂ ਜਿਹੜੀਆਂ ਕਹਿੰਦੇ ਕਿ ਸੇਵਾਵਾਂ ਦੇ ਵਿੱਚ ਜੋ ਕਟੌਤੀ ਵੀ ਕੀਤੀ ਗਈ ਹੈ ਨਾ, ਉਹ ਹੂਥੀ ਸਾਹਿਬ ਇਸੇ ਗੱਲ ਕੀਤੀ ਗਈ ਹੈ ਕਿ ਉਹ ਕੋਰੋਨਾ ਵਾਇਰਸ ਉੱਤੇ ਕੰਟਰੋਲ ਕੀਤਾ ਜਾ ਸਕੇ। ਪ੍ਰੋਫੈਸਰ ਸਾਹਿਬ, ਵੀਜ਼ੇ ਆਮ ਤੌਰ 'ਤੇ ਲੋਕੀ ਕਹਿੰਦੇ ਜੀ ਮੇਰੇ ਕੋਲ 10 ਸਾਲ ਦਾ ਵੀਜ਼ਾ ਜਾਂ 5 ਸਾਲ ਦਾ ਇੰਡੀਆ ਦਾ ਵੀਜ਼ਾ ਮੈਂ ਲੈ ਲਿਆ, ਹੁਣ ਮੈਂ ਬੜੇ ਨਜ਼ਾਰੇ 'ਚ ਹਾਂ, ਪਰ ਵੀਜ਼ੇ ਹੁਣ ਕੈਂਸਲ ਹੋ ਗਏ। ਅਤੇ ਜਦੋਂ ਕੋਈ ਐਮਰਜੈਂਸੀ ਹੁੰਦੀ ਹੈ ਅਤੇ ਲੋਕਾਂ ਨੂੰ ਪਹਿਲੀ ਗੱਲ ਤਾਂ ਸਮਝ ਨਹੀਂ ਆਉਂਦੀ ਕਿ ਮੈਂ ਵੀਜ਼ਾ ਲਵਾਂ ਕਿੱਦਾਂ ਜੀ, ਕਿਉਂਕਿ ਔਨਲਾਈਨ ਪ੍ਰੋਸੈਸ ਹੈ। ਲੋਕ ਫਸ ਜਾਂਦੇ ਅਤੇ ਸੜਕਾਂ ਦੇ ਉੱਤੇ ਜਿਹੜੇ ਏਜੰਟ ਠੱਗ ਬੈਠੇ ਆ ਉਹ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਆ ਕਿ ਤੁਹਾਡਾ ਸਭ ਕੁਝ ਅਸੀਂ ਕਰ ਦਿਆਂਗੇ। ਆਮ ਤੌਰ 'ਤੇ ਕਈ ਲੋਕ ਜਿਹੜੇ ਸਾਡੇ ਇੰਨੇ ਪੜ੍ਹੇ ਲਿਖੇ ਨਹੀਂ, ਉਹਨਾਂ ਨੂੰ ਔਨਲਾਈਨ ਪ੍ਰੋਸੈਸ ਸਮਝ ਨਹੀਂ ਆਉਂਦਾ। ਅਤੇ ਇਸ ਦਾ ਹੱਲ ਇੱਕ ਪੁਰਾਣਾ ਹੱਲ ਹੈ OCI। ਕੀ OCI ਵੀ ਸਸਪੈਂਡ ਹੋਈ ਹੈ? OCI ਵਾਲਿਆਂ ਨੂੰ ਵੀ ਕੋਈ ਤਕਲੀਫ ਆਈ ਹੈ? ਨਹੀਂ, OCI ਜਿਹੜਾ ਹੈ ਉਸ ਦੇ ਉੱਪਰ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਹੈ ਜੀ। ਉਹ ਬਿਲਕੁਲ ਆ ਜਾ ਸਕਦੇ, ਉਹਨਾਂ ਨੂੰ ਕੋਈ ਵੀਜ਼ਾ ਲੈਣ ਦੀ ਲੋੜ ਨਹੀਂ ਹੁੰਦੀ ਜੀ। ਤਕਲੀਫ ਆ ਰਹੀ ਹੈ ਇਸ ਵੇਲੇ ਜਿਨ੍ਹਾਂ ਦੇ ਪਾਸ ਮਲਟੀਪਲ ਐਂਟਰੀ ਵੀਜ਼ਾ ਤਾਂ ਹੈ ਜੀ, ਲੇਕਿਨ ਕੁਛ ਵੀ ਕਹਿ ਲਓ, ਉਹ ਅਨਫੋਰਚੂਨੇਟਲੀ ਜਾਂ ਕੋਈ ਸੰਯੋਗਵਸ਼ ਕਹਿ ਲਓ ਕਿ ਉਹਨੂੰ ਟੂਰਿਸਟ ਵੀਜ਼ਾ ਸਮਝਿਆ ਜਾਂਦਾ ਜੀ। ਤਾਂ ਟੂਰਿਜ਼ਮ ਜਿਹੜਾ ਹੈਗਾ ਉਹਦਾ ਕੋਈ ਮੌਸਮ ਤਾਂ ਹੈ ਨਹੀਂ, ਉਹ ਟੂਰਿਸਟ ਵੀਜ਼ਾ ਕਰਕੇ ਉਸ ਨੂੰ ਐਕਸੈਪਟ ਨਹੀਂ ਕਰ ਰਹੇ। ਔਰ ਇਹ 10 ਈਅਰ ਮਲਟੀਪਲ ਐਂਟਰੀ ਵੀਜ਼ਾ ਜਿਹੜਾ ਕਿ ਤੁਸੀਂ ਉਹਨੇ ਜ਼ਿਕਰ ਕਰ ਰਹੇ ਸੀ, ਉਹਦੇ ਹੋਣ ਦੇ ਬਾਵਜੂਦ ਉਹਨਾਂ ਲੋਕਾਂ ਨੂੰ ਨਵੇਂ ਸਰੋਂ ਅਗਰ ਜਾਣ ਦੀ ਕੋਈ ਐਮਰਜੈਂਸੀ ਹੈ ਤਾਂ ਉਹਦੇ ਲਈ ਇੱਕ ਐਮਰਜੈਂਸੀ ਵੀਜ਼ਾ ਜਿਹੜਾ ਹੈ ਲੈਣਾ ਪੈ ਰਿਹਾ, ਉਹ ਲੈਣਾ ਪਏਗਾ। ਔਰ ਉਹਦੇ ਲਈ ਵੀ ਥੋੜ੍ਹੀ ਜਿਹੀ ਤਕਲੀਫ ਜ਼ਰੂਰ ਉਠਾਉਣੀ ਪੈ ਰਹੀ ਹੈ ਲੋਕਾਂ ਨੂੰ। ਔਰ ਅਸੀਂ ਸਮਝਦੇ ਹਾਂ ਕਿ ਇਹਦਾ ਵੀ ਕੋਈ ਸਰਲੀਕਰਨ ਹੋ ਜਾਏ, ਇਹਨੂੰ ਕੋਈ ਸਿੰਪਲੀਫਾਈ ਕਰ ਦਿੱਤਾ ਜਾਏ
ਤੇ ਲਾਈਕ ਇੱਕ ਪਿੱਛੇ ਸੁਜੈਸ਼ਨ ਆਈ ਸੀ ਕਿ ਜਿਹੜੀ ਕਿ ਮੈਂ ਆਪਣੀ ਅਖਬਾਰ ਦੇ ਵਿੱਚ ਵੀ ਛਾਪੀ ਹੈ ਕਿ ਜਿਸ ਤਰੀਕੇ ਨਾਲ ਵੀਜ਼ਾ ਔਨ ਅਰਾਈਵਲ ਜੀ, ਵੀਜ਼ਾ ਔਨ ਅਰਾਈਵਲ ਤੇ ਉਸੇ ਤਰੀਕੇ ਨਾਲ ਵੀਜ਼ਾ ਔਨ ਡਿਪਾਰਚਰ ਜਿਹੜਾ ਹੈ ਹਾਂਜੀ ਉਹਨਾਂ ਲੋਕਾਂ ਨੂੰ ਦੇ ਦਿੱਤਾ ਜਾਏ ਜਿਹੜੇ ਕਿ ਮਲਟੀਪਲ ਐਂਟਰੀ ਵੀਜ਼ਾ ਲੈ ਕੇ ਬੈਠੇ ਹਨ ਜੀ। ਔਰ ਹਵਾਈ ਯਾਤਰਾ ਕਰਨ ਦੇ ਲਈ ਪਹੁੰਚ ਗਏ। ਪਿਛਲੇ ਦਿਨਾਂ ਦੇ ਮੈਂ ਹੋਤੀ ਸਾਹਿਬ ਤੁਹਾਡੇ ਦਰਸ਼ਕਾਂ ਨਾਲ ਵੀ ਸਾਂਝਾ ਕਰੂੰਗਾ, ਜੀ। ਇੱਕ ਘਟਨਾ ਸਾਂਝੀ ਕਰੂੰਗਾ। ਇੱਕ ਔਰਤ ਆਉਂਦੀ ਹੈ ਜੀ JFK 에ਅਰਪੋਰਟ ਨਿਊਯਾਰਕ ਤੇ, ਹਾਂਜੀ ਛੋਟੇ ਛੋਟੇ 2 ਬੱਚੇ ਉਹਦੇ ਨਾਲ, ਜੀ ਔਰ ਉਹਨੂੰ ਕਿਹਾ ਜਾਂਦਾ ਕਿ ਦੇਖੋ ਤੁਸੀਂ OCI ਕਾਰਡ ਹੋਲਡਰ ਹੋ, ਤੁਸੀਂ ਤੇ ਜਾ ਸਕਦੇ ਹੋ, ਬੱਚੇ ਨਹੀਂ ਜਾ ਸਕਦੇ। ਹਾਂ ਕਿਉਂ? ਉਹਨਾਂ ਦਾ 10 ਈਅਰ ਮਲਟੀਪਲ ਐਂਟਰੀ ਵੀਜ਼ਾ ਜਿਹੜਾ ਹੈਗਾ ਟੂਰਿਸਟ ਵੀਜ਼ਾ, ਵੀਜ਼ੇ ਸਸਪੈਂਡ ਹੋ ਚੁੱਕੇ ਆ, ਵੀਜ਼ੇ ਸਸਪੈਂਡ ਹੋ ਚੁੱਕੇ ਆ। ਔਰ ਇਸ ਕਰਕੇ ਹੁਣ ਤੁਸੀਂ ਕੀ ਕਰ ਸਕਦੇ ਹੋ? ਜਾਓ ਜੀ ਕੌਂਸੂਲੇਟ ਤੋਂ ਵੀਜ਼ਾ ਲੈ ਕੇ ਆਓ, ਵੀਜ਼ਾ ਲੈ ਕੇ ਆਓ, ਐਮਰਜੈਂਸੀ ਵੀਜ਼ਾ। ਹੁਣ ਉਹਦੇ ਬਾਅਦ ਕਿੰਨੀ ਕੁ ਤਕਲੀਫ ਬੰਦੇ ਨੂੰ ਹੋ ਸਕਦੀ ਉਹਦਾ ਸੋਚੋ ਕਿ ਅਗਰ ਉਸ ਦਿਨ ਉਹ ਕੌਂਸੂਲੇਟ ਨਹੀਂ ਪਹੁੰਚ ਪਾਉਂਦੇ ਟਾਈਮ ਸਿਰ, ਰੁਕਣਾ ਪੈਂਦਾ, ਹੋਟਲ ਵਿੱਚ ਰਹਿਣਾ ਪਏਗਾ, ਖਰਚਾ ਕਰਨਗੇ। ਅਗਲੇ ਦਿਨ ਮੰਨ ਲਓ ਛੁੱਟੀ ਆ ਗਈ ਜੀ, ਫਿਰ ਰਹਿਣਾ ਪੈ ਗਿਆ। ਔਰ ਚਲੋ ਜੇ ਅਗਲੇ ਦਿਨ ਛੁੱਟੀ ਨਹੀਂ ਹੈ ਕੌਂਸੂਲੇਟ ਦੇ ਵਿੱਚ, ਉਹਨਾਂ ਨੂੰ ਅਗਲੇ ਦਿਨ ਮਿਲ ਵੀ ਗਿਆ, ਉਹਦੇ ਬਾਅਦ ਹਵਾਈ ਯਾਤਰਾ ਜਿਹੜੀ ਹੈਗੀ ਉਹਨਾਂ ਨੇ ਨਵਾਂ ਟਿਕਟ ਲੈਣਾ ਪਏਗਾ, ਉਹਦੇ ਲਈ ਸਾਰਾ ਸਿਸਟਮ ਹੀ ਖਰਾਬ ਹੋ ਜਾਂਦਾ। ਇੰਡੀਆ ਜਦ ਜਾ ਕੇ ਅੱਗੇ ਕਿਤੇ ਜਾਣਾ ਹੈ ਦਿੱਲੀ ਤੋਂ, ਤੇ ਉਹਦੇ ਲਈ ਫਿਰ ਤੋਂ ਟਿਕਟ ਲੈਣੀ ਪਏਗੀ, ਤੇ ਬੜੀ ਪਰੇਸ਼ਾਨੀ ਹੈ। ਇੱਕ ਪ੍ਰੋਫੈਸਰ ਸਾਹਿਬ ਬੜੀ ਧਾਰਨਾ ਸਾਡੇ ਲੋਕਾਂ 'ਚ ਬਣੀ ਹੋਈ ਹੈ ਕਿ OCI ਇਜ਼ ਅ ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਇਹਦੀ ਫੁੱਲ ਫਾਰਮ ਤਾਂ ਇਹ ਹੈ ਜੀ। ਕੀ ਇਹ ਡੂਅਲ ਸਿਟੀਜ਼ਨਸ਼ਿਪ ਹੈ? ਬਿਲਕੁਲ ਨਹੀਂ ਹੈ। ਜਿਹੜਾ ਬੰਦਾ OCI ਕਾਰਡ ਜਾਂ OCI ਉਹ ਇੱਕ ਕਾਪੀ ਬਣਦੀ ਹੈ ਉਹ ਲੈਂਦਾ ਹੈ, ਉਹ ਇੰਡੀਆ ਦਾ ਸਿਟੀਜ਼ਨ ਨਹੀਂ ਬਣ ਸਕਦਾ। ਨਹੀਂ, ਬਿਲਕੁਲ ਨਹੀਂ ਹੈ। ਔਰ ਉਹ ਸਿਰਫ ਇੱਕ ਉਹਦੇ ਯਾਤਰਾ ਦੇ ਲਈ ਜੀ ਉਸ ਨੂੰ ਸਿਟੀਜ਼ਨ ਟ੍ਰੀਟ ਕੀਤਾ ਹੋਇਆ, ਸਿਰਫ ਟਰੈਵਲ ਕਰਨ ਲਈ ਉਹਨੂੰ ਸਿਟੀਜ਼ਨ ਮੰਨਿਆ ਹੋਇਆ। ਜਿਵੇਂ ਅਮਰੀਕਾ ਦਾ ਸਿਟੀਜ਼ਨ ਜਿਹੜਾ ਹੈ ਜੀ, ਉਹਨੂੰ ਕੋਈ ਅਮਰੀਕਾ ਵਾਪਸ ਆਉਣ ਲਈ ਕੋਈ ਨਹੀਂ ਚਾਹੀਦਾ, ਕੁਝ ਵੀ ਨਹੀਂ ਚਾਹੀਦਾ, ਵੀਜ਼ਾ ਨਹੀਂ ਚਾਹੀਦਾ। ਉਸੇ ਤਰੀਕੇ ਦੇ ਨਾਲ OCI ਲੈ ਕੇ ਭਾਰਤੀ ਜਿਹੜਾ ਹੈਗਾ, ਭਾਵੇਂ ਇੱਥੇ ਦਾ ਅਮਰੀਕਨ ਸਿਟੀਜ਼ਨ ਹੋ ਗਿਆ ਹੋਵੇ, ਉਹ ਭਾਰਤ ਜਾ ਸਕਦਾ। ਉਹਨੂੰ ਸਿਰਫ ਇਤਨੀ ਟਿਕਟ ਹੀ ਲੈਣੀ ਪਏਗੀ ਬਸ। ਜਿਸ ਤਰ੍ਹਾਂ ਪ੍ਰੋਬਲਮ ਕਦੋਂ ਆਉਂਦੀ ਹੈ ਕਿ ਅਸੀਂ ਇੱਥੇ ਰਹਿ ਰਹੇ ਹਾਂ, ਡਰਦੇ ਹੋਏ ਲੋਕਾਂ ਨੇ ਇਹ ਨਹੀਂ ਲਿਆ ਕਿ ਕਿਤੇ ਇਹ ਨਾ ਹੋ ਜਾਏ ਕਿ ਸਾਨੂੰ ਕੋਈ ਜਗ੍ਹਾ ਤੇ ਪ੍ਰੋਬਲਮ ਆ ਜਾਵੇ, ਕਿਉਂਕਿ ਅਮਰੀਕਾ ਗੌਰਮੈਂਟ ਆਪਣੇ ਸਿਟੀਜ਼ਨ ਨੂੰ ਬੈਕ ਕਰਦੀ ਹੈ। ਸੋ ਲੋਕਾਂ ਨੇ ਇਹ ਸਮਝਿਆ ਕਿ ਇਹ OCI ਡੂਅਲ ਸਿਟੀਜ਼ਨਸ਼ਿਪ ਹੈ, ਇਹਦਾ ਮਤਲਬ ਕੱਲ੍ਹ ਨੂੰ ਅਮਰੀਕਾ ਗੌਰਮੈਂਟ ਕਹਿ ਸਕਦੀ ਹੈ ਕਿ ਤੁਸੀਂ ਹੁਣ ਹੈਲਪ ਜਿਹੜੀ ਹੈ ਇੰਡੀਆ ਗੌਰਮੈਂਟ ਤੇ ਲਓ। ਹੋਤੀ ਸਾਹਿਬ, ਮੈਂ ਬਿਲਕੁਲ ਸਪਸ਼ਟ ਕਰਨਾ ਚਾਹਨਾ ਤੁਹਾਡੇ ਦਰਸ਼ਕਾਂ ਨੂੰ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਜਿਹੜਾ ਇੱਥੇ ਦਾ ਨਾਗਰਿਕ ਹੈਗਾ ਉਹ ਇੱਥੇ ਦਾ ਹੀ ਨਾਗਰਿਕ ਹੈਗਾ, ਉਹ ਭਾਰਤ ਦਾ ਨਾਗਰਿਕ ਨਹੀਂ ਮੰਨਿਆ ਜਾਏਗਾ। ਨਾ ਉਹਨੂੰ ਉੱਥੇ ਕੋਈ ਵੋਟ ਪਾਉਣ ਦਾ ਅਧਿਕਾਰ ਜੀ, ਨਾ ਕੋਈ ਇਲੈਕਸ਼ਨ ਲੜਨ ਦਾ ਅਧਿਕਾਰ। ਇਸ ਗੱਲ ਤੇ ਅਸੀਂ ਬਾਅਦ ਵਿੱਚ ਆਉਨੇ ਆ, ਪਰ ਕਿਉਂਕਿ ਲੋਕਾਂ ਨੂੰ ਹਜੇ ਲੱਗਦਾ ਕਿ ਹੋ ਸਕਦਾ 6 ਮਹੀਨੇ ਤੋਂ ਉੱਪਰ ਲੱਗ ਜਾਣੇ ਇਹ ਰਿਸਟ੍ਰਿਕਸ਼ਨ ਲਿਫਟ ਨਾ ਹੋਣ, ਕੀ ਹੁਣ ਕੋਈ OCI ਲਈ ਅਪਲਾਈ ਕਰਨਾ ਚਾਹੇ ਤੇ ਕਰ ਸਕਦਾ? ਬਿਲਕੁਲ ਕਰ ਸਕਦਾ। ਪੂਰੀ ਤਰੀਕੇ ਦੇ ਨਾਲ ਕੰਮ ਕੌਂਸੂਲੇਟਸ ਔਰ ਐਮਬੈਸੀਜ਼ ਦੇ ਚੱਲ ਰਿਹਾ, ਕੋਈ ਕਿਸੇ ਕਿਸਮ ਦੀ ਰੁਕਾਵਟ ਨਹੀਂ ਹੈ। ਜਿਹੜਾ ਪ੍ਰੋਸੈਸ ਹੈਗਾ ਉਸ ਪ੍ਰੋਸੈਸ ਦੇ ਵਿੱਚੋਂ ਜ਼ਰੂਰ ਗੁਜ਼ਰਨਾ ਪਏਗਾ। ਆਨਲਾਈਨ ਅਪਲਾਈ ਕਰੋ, ਫੀਸ ਦਿਓ ਔਰ ਇੰਤਜ਼ਾਰ ਕਰੋ, ਤੁਹਾਨੂੰ OCI ਕਾਰਡ। ਹੁਣ ਤਾਂ OCI ਕਾਰਡ ਪਹਿਲਾਂ 3 ਮਹੀਨੇ ਤੱਕ ਲੱਗ ਜਾਂਦੇ ਸੀਗੇ ਕਿਉਂਕਿ ਇੰਡੀਆ ਤੋਂ ਬਣ ਕੇ ਆਉਂਦਾ ਸੀਗਾ ਜੀ, ਤੇ ਹੁਣ ਤਾਂ OCI ਕਾਰਡ ਜਿਹੜੇ ਹੈਗੇ ਉਹ ਇੱਥੇ ਹੀ ਇਸ਼ੂ ਹੋ ਜਾਂਦੇ ਆ ਕੁਝ ਹੀ ਦਿਨਾਂ ਦੇ ਵਿੱਚ। ਸੋ OCI ਦਾ ਪ੍ਰੋਸੈਸ ਕਾਫੀ ਛੋਟਾ ਕੀਤਾ ਗਿਆ, ਸਿੰਪਲੀਫਾਈ ਕੀਤਾ ਗਿਆ ਕਿ ਲੋਕਾਂ ਨੂੰ ਜ਼ਿਆਦਾ ਵੇਟ ਨਾ ਕਰਨਾ ਪਵੇ। ਬਿਲਕੁਲ ਠੀਕ। OCI ਦੀ ਫੀਸ ਬਾਰੇ ਤੁਹਾਨੂੰ ਕੋਈ ਪਤਾ ਹੈ? ਨਹੀਂ, ਉਹ ਬਦਲਦੀ ਰਹਿੰਦੀ ਹੈ, ਤਾਂ ਇਸ ਬਾਰੇ ਕੁਝ ਵੀ ਕਹਿਣਾ ਗਲਤ ਹੋਏਗਾ। ਸਭ ਤੋਂ ਚੰਗਾ ਇਹੋ ਹੀ ਤਰੀਕਾ ਜਾਣਨ ਦਾ ਕਿ ਤੁਸੀਂ ਵੈਬਸਾਈਟ ਤੇ ਜਾਓ, ਕੌਂਸੂਲੇਟ ਦੀ ਜਾਂ ਐਮਬੈਸੀ ਦੀ ਵੈਬਸਾਈਟ ਤੇ, ਜਿਹੜਾ ਵੀ ਤੁਹਾਡਾ ਜੁਰਿਸਡਿਕਸ਼ਨ ਹੈ ਜੀ, ਉਸ ਜੁਰਿਸਡਿਕਸ਼ਨ ਦੀ ਜਿਹੜੀ ਵੈਬਸਾਈਟ ਕੌਂਸੂਲੇਟ ਦੀ ਹੈ, ਜੇ ਨਿਊਯਾਰਕ ਵਿੱਚ ਹੈਗੇ ਹੋ ਤਾਂ ਨਿਊਯਾਰਕ ਦੀ ਕੌਂਸੂਲੇਟ ਦੀ ਵੈਬਸਾਈਟ ਤੇ ਚਲੇ ਜਾਓ ਜਾਂ ਕਿਸੇ ਵੀ ਕੌਂਸੂਲੇਟ ਦੀ ਵੈਬਸਾਈਟ ਤੇ ਚਲੇ ਜਾਓ ਉੱਥੇ, ਕਿਉਂਕਿ ਜੇ ਫੀਸ ਹੈਗੀ ਉਹ ਯੂਨੀਫਾਰਮ ਹੈ ਜੀ, ਉਹ ਇੱਕੋ ਜਿਹੀ ਹੈਗੀ। ਜੋ ਆਨਲਾਈਨ ਲਿਖਿਆ ਹੈ ਆਨਲਾਈਨ ਲਿਖਿਆ ਉਹਦੇ ਮੁਤਾਬਕ ਚੱਲ। ਇੱਕ ਤੁਸੀਂ ਹੁਣੇ ਕਿਹਾ ਕਿ ਰਾਜਨੀਤਿਕ ਪ੍ਰੋਸੈਸ, ਜਿਸ ਤਰ੍ਹਾਂ ਕਿ ਵੋਟ ਨਹੀਂ ਪਾ ਸਕਦਾ, ਇਹਦਾ ਮਤਲਬ ਸਿਟੀਜ਼ਨ ਨਹੀਂ ਹੈ। ਹੋਰ ਕਿਹੜੇ ਇਹੋ ਜਿਹੇ ਕੰਮ ਹੈ ਜਿਹੜਾ OCI ਕਾਰਡ ਹੋਲਡਰ ਨਹੀਂ ਕਰ ਸਕਦਾ ਇੰਡੀਆ ਜਾ ਕੇ? ਇਹ ਬਹੁਤ ਤੁਸੀਂ ਵਧੀਆ ਸਵਾਲ ਕੀਤਾ, ਕਿਉਂਕਿ ਆਮ ਤੌਰ ਤੇ ਲੋਕਾਂ ਨੂੰ ਬੜਾ ਹੁੰਦਾ ਅਸੀਂ ਜਾਈਏ ਪ੍ਰਾਪਰਟੀ ਬਣਾਈਏ। ਬਿਲਕੁਲ ਜਾ ਕੇ ਪ੍ਰਾਪਰਟੀ ਬਣਾਓ। ਕਮਰਸ਼ੀਅਲ ਪ੍ਰਾਪਰਟੀ ਉੱਤੇ ਤੁਹਾਨੂੰ ਕੋਈ ਰੁਕਾਵਟ ਨਹੀਂ ਹੈਗਾ।
ਸ਼ਹਿਰੀ ਪ੍ਰਾਪਰਟੀ ਤੇ ਕੋਈ ਰੁਕਾਵਟ ਨਹੀਂ ਹੈ, ਜੀ। ਲੇਕਿਨ ਤੁਸੀਂ ਐਗਰੀਕਲਚਰਲ ਲੈਂਡ ਨਹੀਂ ਖਰੀਦ ਸਕਦੇ। ਖੇਤੀਬਾੜੀ ਲਈ ਜ਼ਮੀਨ ਨਹੀਂ ਖਰੀਦ ਸਕਦੇ। ਜ਼ਮੀਨ ਖੇਤੀਬਾੜੀ ਲਈ ਕਿਆ, ਖੇਤੀਬਾੜੀ ਵਾਲੀ ਜ਼ਮੀਨ ਜਿਹੜੀ ਹੈਗੀ ਉਹ ਵੀ ਨਹੀਂ ਲੈ ਸਕਦੇ ਜੀ। ਪਰ ਆਪਣੇ ਰਹਿائش ਵਾਸਤੇ ਮਕਾਨ ਲੈ ਸਕਦੇ ਆ, ਕੋਈ ਬਿਜ਼ਨਸ ਕਰ ਸਕਦੇ ਆ, ਉਹਦੀ ਕੋਈ ਰੋਕ ਨਹੀਂ ਹੈ। ਬਿਲਕੁਲ ਪ੍ਰਾਪਰਟੀ ਬਣਾ ਸਕਦੇ, ਕੋਈ ਦਿੱਕਤ ਨਹੀਂ। ਸੋ OCI ਦੇ ਬਾਰੇ 'ਚ ਜਾਣਕਾਰੀ ਅਜੇ ਜਾਰੀ ਰਹੇਗੀ। ਪ੍ਰੋਫੈਸਰ ਸਲੂਜਾ ਸਾਡੇ ਨਾਲ ਬਣੇ ਹੋਏ ਨੇ, ਪਰ ਇੱਥੇ ਇੱਕ ਵਕਤ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਹੁਣੇ ਵਾਪਸ ਆ ਰਹੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਵਾਪਸ ਸਵਾਗਤ ਹੈ। ਅਸੀਂ ਥੋੜੀ ਦੇਰ ਪਹਿਲਾਂ ਪ੍ਰੋਫੈਸਰ ਸਲੂਜਾ ਨਾਲ ਗੱਲਬਾਤ ਕਰ ਰਹੇ ਸੀ ਕਿ ਵੀਜ਼ਾਸ ਕੈਂਸਲ ਹੋ ਗਏ ਹਨ। ਜਦੋਂ ਕਿਸੇ ਨੂੰ ਕੋਈ ਐਮਰਜੈਂਸੀ ਪੈਂਦੀ ਹੈ, ਕੋਈ ਫੈਮਿਲੀ ਮੈਂਬਰ ਦੀ ਇੰਡੀਆ ਵਿੱਚ ਡੈਥ ਹੋ ਜਾਂਦੀ, ਕੋਈ ਬਿਮਾਰ ਹੋ ਜਾਂਦਾ ਜਾਂ ਕੋਈ ਜ਼ਰੂਰੀ ਕੰਮ ਹੁੰਦਾ ਤੇ ਬੰਦੇ ਨੂੰ ਕਈ ਦਿਨ ਲੱਗ ਜਾਂਦੇ ਆ ਪਾਸਪੋਰਟ ਦੇ ਉੱਤੇ ਐਮਰਜੈਂਸੀ ਵੀਜ਼ਾ ਲਵਾਉਣ ਲਈ, ਕਿਉਂਕਿ ਪ੍ਰੋਸੈਸ ਸਾਰਾ ਫੋਲੋ ਕਰਨਾ ਪੈਂਦਾ। ਲੋਕਾਂ ਨੂੰ ਪਤਾ ਨਹੀਂ ਹੁੰਦਾ। ਕਈ ਲੋਕ ਟਿਕਟ ਬਣਾ ਕੇ ਜਦੋਂ 에ਅਰਪੋਰਟ ਤੇ ਜਾਂਦੇ ਫਿਰ ਉਹਨਾਂ ਨੂੰ ਪਤਾ ਲੱਗਦਾ। ਜਿਵੇਂ ਥੋੜੀ ਦੇਰ ਪਹਿਲਾਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਵੱਡੇ ਮੈਂਬਰ ਜਿਸ ਤਰ੍ਹਾਂ ਮਾਂ-ਬਾਪ ਨੇ OCI ਕਾਰਡ ਲਿਆ ਵੀ ਹੁੰਦਾ, ਪਰ ਬੱਚਿਆਂ ਦੇ ਉੱਤੇ ਵੀਜ਼ਾ ਲੱਗਿਆ ਹੁੰਦਾ ਤੇ ਬੱਚਿਆਂ ਨੂੰ ਫਲਾਈਟ ਨਹੀਂ ਕਰਨ ਦਿੱਤੀ ਜਾਂਦੀ, ਉਹਨਾਂ ਨੂੰ ਦੁਬਾਰਾ ਵੀਜ਼ਾ ਲੈਣ ਲਈ ਕਿਹਾ ਜਾਂਦਾ। ਲੋਕਾਂ ਦੀਆਂ ਟਿਕਟਾਂ ਵੀ ਖਰਾਬ ਹੋਈਆਂ। ਸੋ ਪ੍ਰੋਫੈਸਰ ਸਾਹਿਬ, ਜਿਹੜਾ OCI ਕਾਰਡ ਹੈ ਇਹ ਕਿੰਨੀ ਦੇਰ ਦਾ ਬਣਦਾ ਹੈ? ਇਹ ਇਨੀਸ਼ੀਅਲੀ ਜਿੱਥੇ ਤੱਕ ਮੈਂ ਸਮਝਦਾ, ਮੈਨੂੰ ਯਾਦ ਆਉਂਦਾ ਕਿ ਇਹਦੀ ਮਿਆਦ 20 ਕੁ ਸਾਲ ਹੁੰਦੀ ਹੈ। ਹਾਂਜੀ। ਔਰ ਇੱਕ ਐਸਾ ਹੈਗਾ ਕਿ ਕਿਉਂਕਿ ਤੁਹਾਡੇ ਸ਼ਕਲ ਦੇ ਵਿੱਚ ਪਰਿਵਰਤਨ ਜਿਹੜਾ ਹੈਗਾ 20 ਤੋਂ 50 ਸਾਲ ਦੇ ਵਿੱਚ ਕਾਫੀ ਸਾਰਾ ਆ ਜਾਂਦਾ। ਹਾਂਜੀ। ਇਸ ਗੱਲੇ ਉਹ ਕਿਹਾ ਜਾਂਦਾ ਕਿ 20 ਸਾਲ ਤੋਂ 50 ਸਾਲ ਦੀ ਉਮਰ ਦੇ ਵਿੱਚ ਬਾਰ-ਬਾਰ ਜਿਹੜਾ ਹੈਗਾ ਜਦ ਤੁਹਾਡਾ ਪਾਸਪੋਰਟ ਰਿਨਿਊਅਲ ਹੁੰਦਾ, ਉਹਦੇ ਨਾਲ ਤੁਹਾਡਾ OCI ਕਾਰਡ ਵੀ ਰਿਨਿਊ ਹੋਏਗਾ। ਨਵੇਂ 50 ਸਾਲ ਰਿਨਿਊ ਕਰਨਾ ਉਮਰ ਤੋਂ ਪੈਂਦਾ ਬਾਅਦ ਜੀ, ਉਹਨੂੰ ਰਿਨਿਊ ਕਰਾਉਣ ਦੀ ਤੁਹਾਨੂੰ ਜ਼ਰੂਰਤ ਨਹੀਂ ਪੈਂਦੀ। ਬਿਲਕੁਲ ਨਹੀਂ ਲੋੜ ਪੈਂਦੀ। ਇੱਕ ਗੱਲ ਹੋਰ ਮੈਂ ਛੋਟੀ ਜਿਹੀ ਤੁਹਾਨੂੰ ਇਹ ਪੁੱਛਣੀ ਚਾਹੂੰਗਾ ਕਿ ਜਦੋਂ OCI ਕਾਰਡ ਹੋਲਡਰ ਨੇ ਇੰਡੀਆ ਜਾ ਕੇ ਮੰਨ ਲਓ ਇੱਕ ਰਹਿائشੀ ਪ੍ਰਾਪਰਟੀ ਖਰੀਦਣੀ ਹੈ, ਜਿਹੜਾ ਉਹ ਲੀਗਲੀ ਗਵਰਨਮੈਂਟ ਆਫ ਇੰਡੀਆ ਵੱਲੋਂ ਅਪਰੂਵਡ ਹੈ ਕਿ ਉਹ ਖਰੀਦ ਸਕਦਾ ਹੈ, ਉਸ ਦੇ ਵਾਸਤੇ ਉਹਨੂੰ ਕੀ ਪੈਨ ਕਾਰਡ, ਆਧਾਰ ਕਾਰਡ ਵਗੈਰਾ ਮਿਲਣਗੇ? ਆਧਾਰ ਕਾਰਡ ਦਾ ਜਿੱਥੇ ਤੱਕ ਸਵਾਲ ਹੈ, ਹੋਤੀ ਸਾਹਿਬ ਬਿਲਕੁਲ ਸਪਸ਼ਟ ਕਰ ਦਿਆ, ਆਧਾਰ ਕਾਰਡ ਸਿਰਫ ਭਾਰਤ ਦੇ ਨਾਗਰਿਕਾਂ ਦੇ ਲਈ ਹੈ ਜੀ, ਉਹ OCI ਕਾਰਡ ਹੋਲਡਰ ਲਈ ਨਹੀਂ ਹੈ ਜੀ। ਲੇਕਿਨ ਕੋਈ ਵੀ ਤੁਸੀਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਬੈਂਕ ਦੀ ਕਰਨੀ ਹੈ ਜੀ ਇੰਡੀਆ ਦੇ ਵਿੱਚ ਜੀ, ਤੇ ਉਹਦੇ ਲਈ ਪੈਨ ਕਾਰਡ ਦਾ ਹੋਣਾ ਬਹੁਤ ਜ਼ਰੂਰੀ ਹੈ। ਉਹਦੇ ਬਿਨਾਂ ਤੁਸੀਂ ਟ੍ਰਾਂਜੈਕਸ਼ਨ ਨਹੀਂ ਕਰ ਸਕਦੇ। OCI ਕਾਰਡ ਦੇ ਨਾਲ OCI ਕਾਰਡ ਹੋਲਡਰ ਪੈਨ ਕਾਰਡ ਲੈ ਸਕਦਾ ਹੈ? ਬਿਲਕੁਲ ਲੈ ਸਕਦਾ ਜੀ। ਸੋ ਅਗਰ ਉਹਨੂੰ ਉੱਥੇ ਕੋਈ ਆਮਦਨ ਹੈ, ਕੋਈ ਬਿਜ਼ਨਸ ਚੱਲ ਰਿਹਾ ਹੈ ਜਾਂ ਕੋਈ ਰੈਜ਼ੀਡੈਂਸ਼ੀਅਲ ਕੋਈ ਰੈਂਟਲ ਇਨਕਮ ਹੈ, ਤਾਂ ਉਸ ਨੂੰ ਪੈਨ ਕਾਰਡ ਲੈਣ ਦੀ ਲੋੜ ਪਏਗੀ, ਉੱਥੇ ਟੈਕਸ ਫਾਈਲ ਕਰਨਾ ਪਏਗਾ। ਕੋਈ ਵੀ ਭਾਰਤ ਦੇ ਵਿੱਚ ਮੋਨੀਟਰੀ ਟ੍ਰਾਂਜੈਕਸ਼ਨ ਜਿਹੜਾ ਕਹਿੰਦਾ ਪੈਸੇ ਦੀ ਲੈਣ ਦੇਣ ਜੇ ਬਾਹਰ ਬੈਠਿਆ ਬੰਦਾ, ਅਮਰੀਕਾ ਬੈਠਿਆ ਬੰਦਾ ਕਰਨਾ ਚਾਹੁੰਦਾ, ਕੋਈ ਪ੍ਰਾਪਰਟੀ ਵੇਚਣਾ ਚਾਹੁੰਦਾ, ਪ੍ਰਾਪਰਟੀ ਲੈਣਾ ਚਾਹੁੰਦਾ, ਉਸ ਨੂੰ ਪੈਨ ਕਾਰਡ ਲੈਣਾ ਪਏਗਾ। ਔਰ ਮੈਂ ਤੁਹਾਡੇ ਬਿਨਾਂ ਪੁੱਛੇ ਦੱਸ ਦਿਆਂ ਕਿ ਪੈਨ ਕਾਰਡ ਲੈਣ ਲਈ ਹਿੰਦੁਸਤਾਨ ਜਾਣ ਦੀ ਲੋੜ ਨਹੀਂ ਹੈ ਜੀ। ਪੈਨ ਕਾਰਡ ਵੀ ਤੁਸੀਂ ਇੱਥੇ ਹੀ ਬੈਠ ਕੇ ਕੌਂਸੂਲੇਟ ਦੇ ਵਿੱਚ ਅਪਲਾਈ ਕਰ ਦੇ ਵਿੱਚ ਜੀ, ਜਿਸ ਤਰੀਕੇ ਨਾਲ ਬਾਕੀ ਤੁਸੀਂ ਵੀਜ਼ਾ ਵਗੈਰਾ ਅਪਲਾਈ ਕਰ ਸਕਦੇ ਹੋ, ਉਸੇ ਤਰੀਕੇ ਨਾਲ ਪੈਨ ਕਾਰਡ ਵੀ ਅਪਲਾਈ ਕਰ ਸਕਦੇ ਹੋ, ਉਸੇ ਤਰੀਕੇ ਨਾਲ ਜਿਵੇਂ ਕਿ ਤੁਸੀਂ OCI ਕਾਰਡ ਅਪਲਾਈ ਕਰਦੇ ਹੋ। ਇੱਕ ਹੋਰ ਮੈਂ ਛੋਟੀ ਜਿਹੀ ਗੱਲ ਇਹ ਤੁਹਾਨੂੰ ਪੁੱਛਣੀ ਚਾਹਾਂਗਾ ਕਿ ਮਾਂ-ਬਾਪ ਦੇ ਕੋਲ ਇੰਡੀਅਨ ਪਾਸਪੋਰਟ ਹਨ, ਚਾਹੇ ਉਹਨਾਂ ਨੇ ਅਮਰੀਕਨ ਸਿਟੀਜ਼ਨਸ਼ਿਪ ਲੈ ਲਈ ਹੈ ਔਰ ਪਾਸਪੋਰਟ ਕੈਂਸਲ ਕਰਕੇ ਉਹਨੂੰ ਰਿਨਾਊਂਸ ਕਰ ਦਿੱਤਾ, ਬੱਚਿਆਂ ਦੇ ਵਾਸਤੇ ਲੈਣ ਲਈ OCI ਕਾਰਡ ਕੀ ਉਹ ਮਾਂ-ਬਾਪ ਦਾ, ਕਿਉਂਕਿ ਉਹ ਸਬੂਤ ਮੰਗਦੇ ਕਿ ਤੂੰ ਇੰਡੀਆ ਦਾ ਕੁਝ ਤੇਰੇ ਨਾਲ ਕੋਈ ਲਿੰਕ ਹੈ, ਤੂੰ OCI ਕਾਰਡ ਦੇਣਾ, ਕੀ ਬੱਚਿਆਂ ਨੂੰ ਉਹ ਮਾਂ-ਬਾਪ ਦੇ ਪਾਸਪੋਰਟ ਦੀ ਬਣਾ ਦੇ ਉੱਤੇ OCI ਕਾਰਡ ਮਿਲ ਸਕਦਾ? ਬਿਲਕੁਲ ਮਿਲ ਸਕਦਾ ਜੀ। ਬੱਚਿਆਂ ਨੂੰ ਬੜੇ ਇਮਾਨਦਾਰੀ ਦੇ ਨਾਲ, ਆਸਾਨੀ ਦੇ ਨਾਲ, ਸਿਰਫ ਜਿਸ ਤਰੀਕੇ ਦੇ ਨਾਲ ਮਾਂ-ਬਾਪ ਨੇ ਆਪਣਾ OCI ਕਾਰਡ ਲਿਆ ਜੀ, ਉਸੇ ਤਰੀਕੇ ਨਾਲ, ਉਸੇ ਪ੍ਰੋਸੈਸ ਨਾਲ, ਉਸੇ ਪ੍ਰੋਸੀਜਰ ਨਾਲ, ਉਸੇ ਪ੍ਰਕਿਰਿਆ ਨਾਲ ਉਹ ਬੱਚਿਆਂ ਦਾ ਵੀ OCI ਕਾਰਡ ਬਣਾ ਸਕਦਾ। तो प्रोफेसर साहब, अगर माँ बाप इंडियन सिटीजन उन्होंने कोल किसी टाइम पासपोर्ट सी, चाहे वो पासपोर्ट उन्होंने रिनाउंस कर दिता है, उन्होंने बच्चे जो अमेरिकन बॉर्न है और क्योंकि माँ बाप की प्रॉपर्टी भी उत्थे हुंदी है और बच्चे ही वारिस हुंदे है, की उन्होंने OCI कार्ड मिल सकता है? मेरे ख्याल में मिल सकता है होती साहब जी।
ਮਿਲ ਸਕਦਾ। ਕਿਉਂਕਿ ਪ੍ਰਾਪਰਟੀ ਅਗਰ ਜਿਸ ਤਰ੍ਹਾਂ ਹੁਣ ਮੈਂ ਆਪਣੀ ਗੱਲ ਕਰਾਂ ਕਿ ਮੇਰੀ ਉੱਥੇ ਕੋਈ ਜ਼ਮੀਨ ਜਾਇਦਾਦ ਹੋਵੇ ਕਿਉਂਕਿ ਭਾਈ ਤੁਹਾਡੇ ਵਾਰਿਸ ਜਿਹੜੇ ਹੋਣਗੇ ਕੱਲ ਨੂੰ ਜਾ ਕੇ ਤੁਹਾਡੀ ਔਲਾਦ ਜਿਹੜੀ ਹੈਗੀ ਉੱਥੇ ਉਸੇ ਤਰੀਕੇ ਨਾਲ ਜੀ ਉਸ ਪ੍ਰਾਪਰਟੀ ਨੂੰ ਹੈਂਡਲ ਕਰ ਸਕੇ ਜਿਵੇਂ ਕਿ ਤੁਸੀਂ ਇੱਥੇ ਅੱਜ ਕਰ ਰਹੇ ਹੋ ਉੱਥੇ ਦੀ ਪ੍ਰਾਪਰਟੀ ਨੂੰ। ਜੀ ਠੀਕ ਹੈ, ਕਰ ਸਕਦੇ। ਜੀ ਇੱਕ ਹੋਰ ਮੈਂ OCI ਦੇ ਬਾਰੇ 'ਚ ਗੱਲ ਇਹ ਪੁੱਛਣੀ ਚਾਹਾਂਗਾ ਕਿ ਉੱਥੇ ਜਾ ਕੇ ਕੀ ਕਰ ਸਕਦਾ OCI ਕਾਰਡ ਹੋਲਡਰ, ਇਹ ਦੱਸਣ ਦੀ ਥੋੜੀ ਜਿਹੀ ਕਿਰਪਾ ਕਰੋ। ਮੇਰਾ ਖਿਆਲ ਹੈ ਹੁਣੇ ਅਸੀਂ ਗੱਲ ਕੀਤੀ ਸੀਗੀ ਕਿ ਉਹ ਸਭ ਕੁਝ ਕਰ ਸਕਦਾ ਹੈ ਜੋ ਇੰਡੀਅਨ ਸਾਈਡ ਸਿਵਾਏ ਐਗਰੀਕਲਚਰਲ ਲੈਂਡ ਖਰੀਦਣ ਦੇ ਜੀ ਤੇ ਸਿਵਾਏ ਵੋਟ ਪਾਉਣ ਦੇ। ਇੱਕ ਹੋਰ ਮੇਰੇ ਦਿਲ 'ਚ ਸ਼ੰਕਾ ਆ ਰਹੀ ਹੈ ਕਿ ਉਹ ਪੱਤਰਕਾਰੀ ਕਰ ਸਕਦਾ। ਹਾਂਜੀ, ਇੱਕ ਬਹੁਤ ਅੱਛੀ ਗੱਲ ਕੀਤੀ ਤੁਸੀਂ, ਪੱਤਰਕਾਰ ਹੋ ਕੇ ਤੁਹਾਨੂੰ ਯਾਦ ਆ ਗਿਆ ਜੀ। ਮੈਨੂੰ ਵੀ ਯਾਦ ਹੋਣਾ ਚਾਹੀਦਾ ਸੀਗਾ। ਪੱਤਰਕਾਰਿਤਾ ਮਨਾ ਹੈਗੀ ਜੀ, ਲੇਕਿਨ ਇਹ ਸਿਰਫ ਕਾਗਜ਼ ਉੱਤੇ ਗੱਲ ਹੈ। ਪੱਤਰਕਾਰ ਜਿਹੜੇ ਹੈਗੇ ਉਹ ਕਰੀ ਜਾਂਦੇ ਹੈ, ਲੇਕਿਨ ਅਦਰਵਾਈਜ਼ ਕਾਨੂੰਨੀ ਰੂਪ ਨਾਲ OCI ਕਾਰਡ ਹੋਲਡਰ ਪੱਤਰਕਾਰੀ ਨਹੀਂ ਕਰ ਸਕਦਾ। ਸੋ ਹੋਤੀ ਸਾਹਿਬ, ਇਹਦਾ ਮਤਲਬ ਇਹ ਹੋ ਗਿਆ, ਹੁਣ ਤੁਹਾਡੇ ਦਰਸ਼ਕਾਂ ਨੂੰ ਦੁਬਾਰਾ ਦੱਸ ਦਈਏ, ਪੱਤਰਕਾਰਤਾ ਤੁਸੀਂ ਨਹੀਂ ਕਰ ਸਕਦੇ OCI ਕਾਰਡ ਹੋਲਡਰ ਹੋ ਕੇ ਇੰਡੀਆ ਵਿੱਚ। ਹਾਂਜੀ, ਤੁਸੀਂ ਜ਼ਮੀਨ ਐਗਰੀਕਲਚਰਲ ਲੈਂਡ ਨਹੀਂ ਖਰੀਦ ਸਕਦੇ, ਕ੍ਰਿਸ਼ੀ ਭੂਮੀ ਨਹੀਂ ਖਰੀਦ ਸਕਦੇ, ਔਰ ਤੁਸੀਂ ਵੋਟ ਨਹੀਂ ਪਾ ਸਕਦੇ, ਨਾ ਉੱਥੇ ਦੇ ਕਿਸੇ ਹੋਰ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਸ਼ਾਮਿਲ ਹੋ ਸਕਦੇ। ਪ੍ਰੋਫੈਸਰ ਸਾਹਿਬ, ਇੱਕ ਹੋਰ ਗੱਲ ਪੁੱਛਣ ਵਾਲੀ ਇਹ ਹੈ ਕਿ ਜਿਸ ਤਰ੍ਹਾਂ ਕਿਸੇ OCI ਕਾਰਡ ਹੋਲਡਰ ਦੀ, ਚਾਹੇ ਉਹ ਅਮਰੀਕਨ ਸਿਟੀਜ਼ਨ ਬਣ ਕੇ OCI ਕਾਰਡ ਲਿਆ ਹੋਵੇ ਉਹਨੇ, ਉਸਦੇ ਜੋ ਮਾਂ-ਬਾਪ ਦੀ ਪ੍ਰਾਪਰਟੀ ਉਸਨੂੰ ਵਿਰਾਸਤ ਵਿੱਚ ਮਿਲੀ ਹੈ, ਉਸ ਦੀ ਟੇਕ ਕੇਅਰ ਕਰਨਾ ਜਾਂ ਉਸ ਨੂੰ ਆਪਣੇ ਨਾਮ ਦੇ ਉੱਤੇ ਰੱਖਣ 'ਚ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ? ਜਿਹੜੀ ਪ੍ਰਾਪਰਟੀ ਆਲਰੇਡੀ ਉਹਨਾਂ ਦੇ ਖਾਨਦਾਨੀ ਪ੍ਰਾਪਰਟੀ ਹੈ ਜੀ, ਉਹਦੇ ਉੱਤੇ ਕੋਈ ਕਿਸੇ ਕਿਸਮ ਦੀ ਰੁਕਾਵਟ ਨਹੀਂ ਹੈਗਾ, ਸਿਰਫ ਨਵੀਂ ਐਗਰੀਕਲਚਰਲ ਲੈਂਡ ਖਰੀਦਣ ਦੇ ਉੱਪਰ ਰੁਕਾਵਟ ਹੈ। ਅਗਰ ਕਿਉਂਕਿ ਮੇਰਾ ਇਹ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੇਨ ਮਕਸਦ ਇਹੀ ਸੀ ਕਿ ਮੈਨੂੰ ਵੀ ਕੁਝ ਲੋਕ ਮਿਲੇ, ਉਹਨਾਂ ਨੂੰ ਕਿਹਾ ਗਿਆ ਕਿ ਜੀ ਵੀਜ਼ਾ ਲੈਣਾ ਹੈ ਤਾਂ ਆਨਲਾਈਨ ਫਾਰਮ ਭਰੋ, ਉਹਨਾਂ ਨੇ ਗਲਤ ਫਾਰਮ ਭਰ ਦਿੱਤੇ, ਉਹਨਾਂ ਦੇ ਕੋਲੋਂ ਫਾਰਮ ਸਹੀ ਭਰ ਨਹੀਂ ਹੋਏ, ਫਿਰ ਉਹਨਾਂ ਦੇ ਕੋਲੋਂ ਕਾਗਜ਼ੀ ਕਾਰਵਾਈ ਨਹੀਂ ਪੂਰੀ ਕਰ ਹੋਈ। ਕਈ ਲੋਕ ਸਮਝਦੇ ਕਿ ਜੀ ਅਸੀਂ ਜਾਵਾਂਗੇ ਤਾਂ ਵੀਜ਼ਾ ਮਿਲ ਜਾਣਾ, ਪਰ ਇਹ ਸਾਰੀਆਂ ਪ੍ਰੋਬਲਮਾਂ ਦਾ ਹੱਲ OCI ਕਾਰਡ ਹੈ ਕਿ ਨਹੀਂ ਹੈ? ਤੁਹਾਡਾ ਦਿਲ ਕੀ ਕਹਿੰਦਾ? ਮੇਰਾ ਖਿਆਲ ਹੈ ਜਿਹਦੇ ਪਾਸ OCI ਕਾਰਡ ਹੈ ਉਸ ਤੋਂ ਕਿਸੇ ਕਿਸਮ ਦੀ ਕੋਈ ਰੁਕਾਵਟ ਹੈ ਹੀ ਨਹੀਂ ਜੀ, ਉਸ ਤੋਂ ਕਿਸੇ ਕਿਸਮ ਦੀ ਰੁਕਾਵਟ ਨਹੀਂ, ਸਿਰਫ ਉਹ ਟਿਕਟ ਲੈ ਕੇ ਇੰਡੀਆ ਜਾ ਸਕਦਾ, ਆਪਣੀ ਐਮਰਜੈਂਸੀ ਹੈ ਤਾਂ। ਬਿਲਕੁਲ ਕੋਈ ਕਿਸੇ ਕਿਸਮ ਦੀ ਰੁਕਾਵਟ ਨਹੀਂ ਹੈ OCI ਕਾਰਡ ਹੋਲਡਰ ਨੂੰ। ਸੋ ਦਰਸ਼ਕੋ, ਅਗਰ ਤੁਸੀਂ OCI ਕਾਰਡ ਬਣਾ ਲੈਂਦੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਅਮਰੀਕਾ ਦੇ ਵੱਲੋਂ ਕੋਈ ਦੁਤਕਾਰਿਆ ਜਾਵੇਗਾ ਕਿ ਤੁਸੀਂ OCI ਕਾਰਡ ਹੋਲਡਰ ਹੋ। ਇਸ ਦਾ ਕਾਰਨ ਇਹ ਹੈ ਕਿ ਇੰਡੀਆ ਦੇ ਕਾਨੂੰਨ ਵਿੱਚ ਇਹੋ ਜਿਹੀ ਪ੍ਰੋਵੀਜ਼ਨ ਨਹੀਂ ਹੈ ਕਿ ਕਿਸੇ ਨੂੰ ਡੂਅਲ ਸਿਟੀਜ਼ਨਸ਼ਿਪ ਦੇ ਦਿੱਤੀ ਜਾਵੇ। ਹਾਲਾਂਕਿ ਅਮਰੀਕਨ ਸਿਟੀਜ਼ਨ ਡੂਅਲ ਸਿਟੀਜ਼ਨਸ਼ਿਪ ਲੈ ਸਕਦਾ ਹੈ, ਪਰ ਇੰਡੀਆ ਗੌਰਮੈਂਟ ਵੱਲੋਂ ਡੂਅਲ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾਂਦੀ। ਸੋ ਤੁਹਾਡੀ ਅਮਰੀਕਨ ਸਿਟੀਜ਼ਨਸ਼ਿਪ ਦੇ ਰਾਈਟਸ, ਖਾਸ ਤੌਰ ਦੇ ਉੱਤੇ ਇਹਨਾਂ ਰਾਈਟਸ ਦੀ ਉਦੋਂ ਲੋੜ ਪੈਂਦੀ ਹੈ ਜਦੋਂ ਅਮਰੀਕਨ ਸਿਟੀਜ਼ਨ ਬਾਹਰਲੇ ਕਿਸੇ ਮੁਲਕ ਦੇ ਵਿੱਚ ਜਾ ਕੇ ਕਿਸੇ ਪ੍ਰੋਬਲਮ ਦੇ ਵਿੱਚ ਫਸ ਜਾਵੇ, ਤੁਹਾਡੇ ਉਹ ਰਾਈਟਸ ਬਰਕਰਾਰ ਰਹਿਣਗੇ ਕਿਉਂਕਿ ਤੁਸੀਂ ਅਮਰੀਕਨ ਸਿਟੀਜ਼ਨ ਹੋ, ਇੰਡੀਅਨ ਸਿਟੀਜ਼ਨ ਨਹੀਂ ਹੋ, ਔਰ ਤੁਹਾਨੂੰ ਸਿਰਫ ਉੱਥੇ ਬਾਕੀ ਸਾਰੇ ਅਧਿਕਾਰ ਤਾਂ ਮਿਲਦੇ ਹਨ, ਪਰ ਤੁਸੀਂ ਇਲੈਕਸ਼ਨ ਪ੍ਰੋਸੈਸ 'ਚ ਨਹੀਂ ਹਿੱਸਾ ਲੈ ਸਕਦੇ, ਕੋਈ ਪੱਤਰਕਾਰਤਾ ਦੇ ਨਾਲ ਸੰਬੰਧਿਤ ਕੰਮਕਾਰ ਨਹੀਂ ਕਰ ਸਕਦੇ, ਤੁਸੀਂ ਖੇਤੀਬਾੜੀ ਦੇ ਨਾਲ ਸੰਬੰਧਿਤ ਜ਼ਮੀਨ ਜਾਇਦਾਦ ਨਵੀਂ ਨਹੀਂ ਖਰੀਦ ਸਕਦੇ, ਹਾਲਾਂਕਿ ਜੋ ਪੁਰਾਣੀ ਤੁਹਾਡੇ ਨਾਮ ਦੇ ਉੱਤੇ ਚੱਲ ਰਹੀ ਹੈ ਉਸ ਦੇ ਹੱਕ ਹਕੂਕ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਆਏਗੀ। ਸੋ ਜੋ OCI ਕਾਰਡ ਤੁਸੀਂ ਅਗਰ ਲੈ ਲਓ ਤਾਂ ਤੁਹਾਨੂੰ ਸਿਰਫ ਇੰਨਾ ਹੀ ਫਾਇਦਾ ਹੈ ਕਿ OCI ਕਾਰਡ ਧਾਰਕ ਨੂੰ ਅਗਰ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਉਹ ਸਿੱਧਾ ਵੀਜ਼ਾ ਲੈ ਕੇ ਵੀਜ਼ੇ ਤੋਂ ਬਗੈਰ ਇੰਡੀਆ ਵਾਸਤੇ ਆਪਣੀ ਫਲਾਈਟ ਲੈ ਸਕਦਾ ਹੈ। ਕਿਉਂਕਿ ਇਸ ਸਾਰੀ ਗੱਲਬਾਤ ਦਾ ਮੇਨ ਕਾਰਨ ਸਾਡਾ ਇਹੀ ਸੀ ਪ੍ਰੋਫੈਸਰ ਸਾਹਿਬ ਤੋਂ ਜਾਣਕਾਰੀ ਲੈਣ ਦਾ ਕਿ ਜਦੋਂ ਕਿਸੇ ਨੂੰ ਕੋਈ ਮੁਸੀਬਤ ਪੈਂਦੀ ਹੈ, ਇੰਡੀਆ ਦੇ ਵਿੱਚ ਕੋਈ ਰਿਸ਼ਤੇਦਾਰ ਬਿਮਾਰ ਹੋ ਜਾਂਦਾ ਹੈ ਜਾਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਫਿਰ ਉਹਨੂੰ ਵੀਜ਼ਾ ਲੈਣ ਵਾਸਤੇ ਬਹੁਤ ਪ੍ਰੋਬਲਮ ਆਉਂਦੀ ਹੈ। ਜ਼ਿਆਦਾਤਰ ਸਾਨੂੰ ਕਾਨੂੰਨੀ ਪਚੀਦੀਆਂ ਦਾ ਪਤਾ ਨਹੀਂ ਹੁੰਦਾ, ਕਾਗਜ਼ ਪੱਤਰ ਪੂਰੇ ਕਰਨੇ ਮੁਸ਼ਕਲ ਹੋ ਜਾਂਦੇ ਹੈ ਅਤੇ ਸਾਨੂੰ ਏਜੰਟਾਂ ਦੇ ਹੱਥੇ ਚੜ੍ਹ ਕੇ ਲੁੱਟ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਇਹੀ ਤਰੀਕਾ ਹੈ ਕਿ ਤੁਸੀਂ ਵੀਜ਼ੇ ਦੀ ਬਜਾਏ OCI ਕਾਰਡ ਨੂੰ ਤਰਜੀਹ ਦਿਓ, ਜੋ ਕਿ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ ਤੱਕ
ਆਰਾਮ ਨਾਲ ਵੈਲਿਡ ਰਹਿੰਦਾ ਹੈ, ਕਿਉਂਕਿ ਜਿਸ ਤੋਂ ਤੁਸੀਂ ਅਮਰੀਕਨ ਪਾਸਪੋਰਟ ਨੂੰ ਰੀਨਿਊ ਕਰਾਉਣਾ ਹੈ ਉਸੇ ਕਾਰਡ ਨੂੰ ਵੀ ਰੀਨਿਊ ਕਰਾ ਲਓ। ਸੋ ਪ੍ਰੋਫੈਸਰ ਸਾਹਿਬ, ਤੁਹਾਡਾ PTC ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਫਿਰ ਦੁਬਾਰਾ ਤੁਹਾਨੂੰ ਕਿਸੇ ਹੋਰ ਜਾਣਕਾਰੀ ਵਾਸਤੇ ਤਕਲੀਫ ਦੇਵਾਂਗੇ। ਥੈਂਕ ਯੂ। ਹੋਤੀ ਜੀ, ਤੁਹਾਡਾ ਸਵਾਗਤ ਹੈ। ਤੇ PTC ਦੇ ਦਰਸ਼ਕਾਂ ਨੂੰ ਮੈਂ ਕਹਾਂਗਾ, ਅਮਰੀਕਾ ਦੇ ਵਿੱਚ ਹੌਲੀਡੇ ਸੀਜ਼ਨ ਚੱਲ ਰਿਹਾ, ਤਾਂ ਹੈਪੀ ਹੌਲੀਡੇਜ਼, ਔਰ ਭਾਰਤ ਦੇ ਲੋਕਾਂ ਨੂੰ ਹੈਪੀ ਨਿਊ ਈਅਰ। ਸੋ ਇਹ ਗੱਲਬਾਤ ਅਸੀਂ ਇੱਥੇ ਹੀ ਖ਼ਤਮ ਕਰਦੇ ਹਾਂ। ਦੁਬਾਰਾ ਫਿਰ ਕਿਸੇ ਗੱਲਬਾਤ ਦੇ ਲਈ, ਕਿਸੇ ਹੋਰ ਮੁੱਦੇ ਦੇ ਲਈ ਗੱਲਬਾਤ ਕਰਕੇ ਅਸੀਂ ਤੁਹਾਡੇ ਸਾਹਮਣੇ ਆਵਾਂਗੇ। ਇਸ ਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ।